ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ 6ਵੀਂ ਕਲਾਸ ਦਾ ਚੈਪਟਰ 2 ਕੰਪਿਊਟਰ ਦੀ ਕਾਰਜ ਪ੍ਰਣਾਲੀ ਜਿਹੜੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਅਸੀਂ ਪੜ੍ਹ ਚੁੱਕੇ ਹਾਂ ਕਿ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਹ ਡਾਟਾ, ਤਸਵੀਰਾਂ, ਆਵਾਜ਼ ਅਤੇ ਗ੍ਰਾਫਿਕਸ ਨੂੰ ਪ੍ਰੋਸੈਸ ਕਰਕੇ ਸਾਨੂੰ ਆਉਟਪੁੱਟ ਦਿੰਦਾ ਹੈ। ਇਹ ਗੁੰਝਲਦਾਰ ਸਮੱਸਿਆਵਾਂ ਨੂੰ ਤੇਜ਼ੀ ਨਾਲ ਅਤੇ ਸ਼ੁੱਧਤਾ ਨਾਲ ਹੱਲ ਕਰ ਸਕਦਾ ਹੈ। ਆਓ ਕੰਪਿਊਟਰ ਦੇ ਮੁੱਢਲੇ ਕੰਮਾਂ ਬਾਰੇ ਵਿਸਥਾਰ ਨਾਲ ਇਸ ਚੈਪਟਰ ਵਿੱਚ ਪੜ੍ਹੀਏ। ਇਹ ਕੰਪਿਊਟਰ ਮੁੱਖ ਤੌਰ ਤੇ 5 ਤਰ੍ਹਾਂ ਦੇ ਕੰਮ ਕਰ ਸਕਦਾ ਹੈ। ਉਹ ਕੀ ਹਨ? ਨੰਬਰ 1, ਇਹ ਇਨਪੁੱਟ ਰਾਹੀਂ ਡਾਟਾ ਅਤੇ ਹਦਾਇਤਾਂ ਨੂੰ ਸਵੀਕਾਰ ਕਰਦਾ ਹੈ ਕਿ ਅਸੀਂ ਇਨਪੁੱਟ ਕਰ ਸਕਦੇ ਹਾਂ। ਨੰਬਰ 2, ਇਹ ਡਾਟਾ ਨੂੰ ਸਟੋਰ ਕਰ ਸਕਦਾ ਹੈ। ਕੰਪਿਊਟਰ ਵਿੱਚ ਜੋ ਵੀ ਅਸੀਂ ਇਨਪੁੱਟ ਕੀਤੀ ਹੈ ਉਸ ਨੂੰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਨੰਬਰ 3, ਇਹ ਯੂਜ਼ਰ ਦੀ ਜ਼ਰੂਰਤ ਅਨੁਸਾਰ ਡਾਟਾ ਨੂੰ ਪ੍ਰੋਸੈਸ ਕਰ ਸਕਦਾ ਹੈ। ਜੋ ਵੀ ਅਸੀਂ ਇਨਪੁੱਟ ਕੀਤੀ ਹੈ ਉਸ ਦੇ ਅਕੋਰਡਿੰਗਲੀ ਕੰਪਿਊਟਰ ਉਸ ਦੀ ਪ੍ਰੋਸੈਸਿੰਗ ਸਾਨੂੰ ਕਰਕੇ ਦਿੰਦਾ ਹੈ। ਇਹ ਸਾਨੂੰ ਆਉਟਪੁੱਟ ਦੇ ਰੂਪ ਵਿੱਚ ਨਤੀਜਾ ਦਿੰਦਾ ਹੈ ਅਤੇ ਜੋ ਵੀ ਇਸ ਨੇ ਪ੍ਰੋਸੈਸਿੰਗ ਕੀਤੀ ਹੁੰਦੀ ਹੈ ਉਸ ਨੂੰ ਅਸੀਂ ਆਉਟਪੁੱਟ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। ਇਹ ਕੰਪਿਊਟਰ ਦੀਆਂ ਅੰਦਰੂਨੀ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਹੈ ਅਤੇ ਜੋ ਕੰਪਿਊਟਰ ਦੇ ਅੰਦਰੂਨੀ ਕੰਮ ਜਿੱਦਾਂ ਕਿ ਮੈਮਰੀ ਨੂੰ ਮੈਨੇਜ ਕਰਨਾ, ਪ੍ਰੋਸੈਸਿਸ ਨੂੰ ਮੈਨੇਜ ਕਰਨਾ, ਇਨਪੁੱਟ ਤੇ ਆਉਟਪੁੱਟ ਨੂੰ ਮੈਨੇਜ ਕਰਨਾ, ਇਹ ਸਾਰੇ ਕੰਮ ਵੀ ਕੰਪਿਊਟਰ ਦੁਆਰਾ ਖੁਦ ਹੀ ਕੀਤੇ ਜਾਂਦੇ ਹਨ। ਇਹ ਸਾਰੇ ਕੰਪਿਊਟਰ ਦੇ ਮੁੱਢਲੇ ਕੰਮ ਹਨ ਜੋ ਕੰਪਿਊਟਰ ਸਿਸਟਮ ਕੰਟਰੋਲ ਕਰਦਾ ਹੈ। ਇਹ ਕੰਪਿਊਟਰ ਸਿਸਟਮ ਵਿੱਚ ਡਾਟਾ ਅਤੇ ਪ੍ਰੋਗਰਾਮ ਦਾਖਲ ਕਰਨ ਦੀ ਪ੍ਰਕਿਰਿਆ ਹੈ। ਅਸੀਂ ਜਾਣਦੇ ਹਾਂ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਹ ਇਨਪੁੱਟ ਦੇ ਤੌਰ ਤੇ ਡਾਟਾ ਅਤੇ ਹਦਾਇਤਾਂ ਸਵੀਕਾਰ ਕਰਦਾ ਹੈ। ਟੈਕਸਟ, ਆਵਾਜ਼, ਵੀਡੀਓ, ਪਿਕਚਰਸ ਆਦਿ ਦੇ ਰੂਪ ਵਿੱਚ ਕੰਪਿਊਟਰ ਨੂੰ ਇਨਪੁੱਟ ਦਿੱਤੀ ਜਾਂਦੀ ਹੈ। ਹੁਣ ਇਹ ਸਾਡਾ CPU ਹੈ। ਇਸ ਦੇ ਵਿੱਚ ਜੋ ਵੀ ਡਾਟਾ ਭਰਿਆ ਜਾਂਦਾ ਹੈ ਉਸ ਨੂੰ ਇਨਪੁੱਟ ਕਿਹਾ ਜਾਂਦਾ ਹੈ। ਹੁਣ ਇਨਪੁੱਟ ਕਰਨ ਵਾਸਤੇ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਡਿਵਾਈਸਿਸ ਹੈਗੇ ਆ, ਜਿੱਦਾਂ ਕਿ ਜੋਇਸਟਿਕ, ਮਾਊਸ, ਕੀਬੋਰਡ, ਮਾਈਕਰੋਫੋਨ। ਇਹ ਸਾਰੇ ਡਿਵਾਈਸਿਸ CPU ਦੇ ਨਾਲ ਅਟੈਚ ਹੁੰਦੇ ਹਨ। ਇਹਨਾਂ ਡਿਵਾਈਸਿਸ ਦੇ ਨਾਲ CPU ਦੇ ਵਿੱਚ ਡਾਟਾ ਭੇਜਣ ਦੀ ਪ੍ਰਕਿਰਿਆ ਨੂੰ ਇਨਪੁੱਟ ਕਿਹਾ ਜਾਂਦਾ ਹੈ। ਜਿਸ ਤਰੀਕੇ ਨਾਲ ਅਸੀਂ ਕੁਝ ਲਿਖਾਂਗੇ ਕਿਸ ਦੇ ਨਾਲ? ਕੀਬੋਰਡ ਦੇ ਨਾਲ, ਤੇ ਜੋ ਲਿਖਾਂਗੇ ਉਹ ਇਹਦੇ ਵਿੱਚ ਜਾਏਗਾ ਤੇ ਕੀ ਕਰ ਰਹੇ ਹਾਂ ਅਸੀਂ? ਇਨਪੁੱਟ ਕਰ ਰਹੇ ਹਾਂ। ਇਸੇ ਤਰੀਕੇ ਨਾਲ ਕੋਈ ਆਵਾਜ਼, ਮੈਂ ਕੁਝ ਆਵਾਜ਼ ਜਿਹੜੀ ਆ ਰਿਕਾਰਡ ਕੀਤੀ ਮਾਈਕਰੋਫੋਨ ਦੇ ਨਾਲ, ਉਹ ਆਵਾਜ਼ ਜਿਹੜੀ ਆ ਉਹ ਕਿਹਦੇ ਵਿੱਚ ਜਾ ਰਹੀ ਆ? CPU ਦੇ ਵਿੱਚ ਜਾ ਰਹੀ ਹੈ। ਇਸੇ ਤਰੀਕੇ ਨਾਲ ਮੈਂ ਕੋਈ ਕੈਮਰੇ ਨਾਲ ਪਿਕਚਰ ਕਲਿੱਕ ਕੀਤੀਆਂ, ਉਹ ਪਿਕਚਰਸ CPU ਦੇ ਵਿੱਚ ਮੈਂ ਡਾਟਾ ਕੇਬਲ ਦੇ ਨਾਲ ਭੇਜ ਰਿਹਾ ਹਾਂ ਤੇ ਉਸ ਨੂੰ ਆਪਾਂ ਇਨਪੁੱਟ ਕਹਾਂਗੇ। ਇਸੇ ਤਰੀਕੇ ਨਾਲ ਮੈਂ ਕੋਈ ਮਾਊਸ ਨਾਲ ਡਰਾਇੰਗ ਕ੍ਰੀਏਟ ਕੀਤੀ ਆ, ਬਹੁਤ ਸੁੰਦਰ ਡਰਾਇੰਗ ਬਣਾਈ ਆ, ਉਹ ਡਰਾਇੰਗ ਜਿਹੜੀ ਆ ਕੰਪਿਊਟਰ ਦੇ ਵਿੱਚ ਜਾ ਕੇ ਸਟੋਰ ਹੋ ਰਹੀ ਹੈ ਤੇ ਇਸ ਪ੍ਰਕਿਰਿਆ ਨੂੰ ਆਪਾਂ ਕੀ ਕਵਾਂਗੇ? ਇਨਪੁੱਟ ਕਰਨਾ। ਕਿ ਇਹਨਾਂ ਸਾਰੇ ਡਿਵਾਈਸਿਸ ਦੇ ਨਾਲ ਅਸੀਂ ਅਲੱਗ-ਅਲੱਗ ਤਰ੍ਹਾਂ ਦਾ ਡਾਟਾ ਜਿੱਦਾਂ ਕਿ ਟੈਕਸਟ, ਆਵਾਜ਼, ਵੀਡੀਓ ਅਤੇ ਪਿਕਚਰਸ ਨੂੰ CPU ਦੇ ਵਿੱਚ ਭੇਜਣ ਦੀ ਪ੍ਰਕਿਰਿਆ ਨੂੰ ਇਨਪੁੱਟ ਕਿਹਾ ਜਾਂਦਾ ਹੈ। ਸਟੋਰੇਜ, ਡਾਟਾ ਅਤੇ ਹਦਾਇਤਾਂ ਨੂੰ ਪੱਕੇ ਤੌਰ ਤੇ ਸਟੋਰ ਅਤੇ ਸੁਰੱਖਿਅਤ ਰੱਖਣ ਦੀ ਪ੍ਰਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ। ਸਟੋਰੇਜ ਯੂਨਿਟ ਹੇਠਾਂ ਲਿਖੇ ਅਨੁਸਾਰ ਮੁੱਖ ਕੰਮ ਕਰਦਾ ਹੈ। ਪ੍ਰੋਸੈਸਿੰਗ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਰਾ ਡਾਟਾ ਅਤੇ ਹਦਾਇਤਾਂ ਇਸ ਜਗ੍ਹਾ ਤੇ ਸਟੋਰ ਹੁੰਦੀਆਂ ਹਨ। ਪ੍ਰੋਸੈਸਿੰਗ ਦੇ ਵਿਚਕਾਰਲੇ ਨਤੀਜੇ ਵੀ ਇਸ ਜਗ੍ਹਾ ਤੇ ਸਟੋਰ ਕੀਤੇ ਜਾਂਦੇ ਹਨ। ਹੁਣ ਜੋ ਸਾਡਾ CPU ਹੈ ਉਸ ਦੇ ਵਿੱਚ ਅਸੀਂ ਮੈਮਰੀ ਕਾਰਡ ਜਾਂ ਹਾਰਡ ਡਿਸਕ ਇੱਦਾਂ ਦੀਆਂ ਕੁਝ ਡਿਵਾਈਸਿਸ ਲਗਾਈਆਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਸਾਰਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਜੋ ਵੀ ਅਸੀਂ ਫਾਈਲ ਬਣਾਉਂਦੇ ਹਾਂ, ਬਣਾਉਣ ਤੋਂ ਬਾਅਦ ਉਸ ਨੂੰ ਜਦੋਂ ਸੇਵ ਕੀਤਾ ਜਾਂਦਾ ਹੈ ਤੇ ਉਹ ਕੰਪਿਊਟਰ ਦੀ ਮੈਮਰੀ ਵਿੱਚ ਪੱਕੇ ਤੌਰ ਤੇ ਸਟੋਰ ਹੋ ਜਾਂਦੀ ਹੈ। ਪ੍ਰੋਸੈਸਿੰਗ, ਇਨਪੁੱਟ ਪ੍ਰਾਪਤ ਹੋਣ ਤੋਂ ਬਾਅਦ ਕੰਪਿਊਟਰ ਪ੍ਰਾਪਤ ਹੋਏ ਡਾਟਾ ਤੇ ਕਾਰਵਾਈ ਕਰਦਾ ਹੈ। ਪ੍ਰਾਪਤ ਹੋਏ ਡਾਟਾ ਤੇ ਅਰਥਮੈਟਿਕ ਅਤੇ ਲੌਜੀਕਲ ਗਤੀਵਿਧੀਆਂ ਨੂੰ ਕਰਨ ਦੀ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਹੁਣ ਅਸੀਂ ਅਲੱਗ-ਅਲੱਗ ਡਿਵਾਈਸਿਸ ਜਿੱਦਾਂ ਕਿ ਕੀਬੋਰਡ, ਮਾਊਸ, ਇਹਨਾਂ ਦੇ ਨਾਲ ਜੋ ਵੀ ਡਾਟਾ ਅਸੀਂ CPU ਦੇ ਵਿੱਚ ਇਨਪੁੱਟ ਕੀਤਾ ਹੈ, ਇਸ CPU ਦੇ ਅੰਦਰ ਸਾਰੇ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ। CPU, ALU ਇਹ ਸਾਰੇ ਮਿਲ ਕੇ ਸਾਨੂੰ ਆਉਟਪੁੱਟ ਦਿੰਦੇ ਹਨ, ਪਰ ਸਾਰੀ ਪ੍ਰੋਸੈਸਿੰਗ ਦਾ ਕੰਮ ਜੋ ਹੈ ਉਹ CPU ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਹੈ। ਆਉਟਪੁੱਟ, ਡਾਟੇ ਤੋਂ ਲਾਭਦਾਇਕ ਸੂਚਨਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਉਟਪੁੱਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਪ੍ਰੋਸੈਸਿੰਗ ਤੋਂ ਬਾਅਦ
ਕੰਪਿਊਟਰ ਰਾਹੀਂ ਉਤਪੰਨ ਕੀਤੀ ਗਈ ਆਉਟਪੁੱਟ ਨੂੰ ਕੰਪਿਊਟਰ ਦੇ ਅੰਦਰ ਕਿਸੇ ਜਗ੍ਹਾ ਤੇ ਸਾਂਭਿਆ ਜਾਂਦਾ ਹੈ, ਜਿਸ ਨੂੰ ਸਟੋਰੇਜ ਕਿਹਾ ਜਾਂਦਾ ਹੈ। ਅਸੀਂ ਜੋ ਡਾਟਾ CPU ਦੇ ਵਿੱਚ ਭੇਜਿਆ ਉਹ ਇਨਪੁਟ ਕਹਿਲਾਏਗਾ। CPU ਦੇ ਵਿੱਚ ਇਨਪੁਟ ਤੋਂ ਬਾਅਦ CPU ਨੇ ਉਸ ਦੀ ਕੀ ਕੀਤੀ, ਪ੍ਰੋਸੈਸਿੰਗ ਕਰਨ ਤੋਂ ਬਾਅਦ ਚ ਉਹਨੇ ਸਾਨੂੰ ਆਉਟਪੁੱਟ ਦੇਣੀ ਹੈ। ਤੇ ਆਉਟਪੁੱਟ ਪ੍ਰਾਪਤ ਕਰਨ ਲਈ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਡਿਵਾਈਸਿਸ ਚਾਹੀਦੇ ਆ, ਜਿਨ੍ਹਾਂ ਨੂੰ ਆਉਟਪੁੱਟ ਡਿਵਾਈਸਿਸ ਕਿਹਾ ਜਾਂਦਾ ਹੈ, ਜਿੱਦਾਂ ਕਿ ਮੋਨੀਟਰ, ਪ੍ਰਿੰਟਰ, ਪ੍ਰੋਜੈਕਟਰ, ਸਪੀਕਰ। ਇਹ ਅਲੱਗ-ਅਲੱਗ ਤਰ੍ਹਾਂ ਦੇ ਆਉਟਪੁੱਟ ਡਿਵਾਈਸਿਸ ਹਨ, ਜਿਨ੍ਹਾਂ ਦੇ ਉੱਪਰ CPU ਜੋ ਹੈ ਉਹ ਸਾਨੂੰ ਆਉਟਪੁੱਟ ਦਿੰਦਾ ਹੈ। ਜੋ ਵੀ ਇਸਨੇ ਪ੍ਰੋਸੈਸਿੰਗ ਕੀਤੀ ਹੈ ਉਹ ਅਲੱਗ-ਅਲੱਗ ਡਿਵਾਈਸਿਸ ਦੇ ਉੱਪਰ ਇਸ ਦੀ ਆਉਟਪੁੱਟ ਸਾਨੂੰ ਪ੍ਰਦਾਨ ਕਰਦਾ ਹੈ। ਆਉਟਪੁੱਟ ਦੇਖਣ ਵਾਸਤੇ ਸਾਨੂੰ ਇਹ ਸਾਰੇ ਆਉਟਪੁੱਟ ਡਿਵਾਈਸਿਸ ਚਾਹੀਦੇ ਹਨ, ਪਰ ਆਉਟਪੁੱਟ ਦੇਣੀ ਕਿਸ ਨੇ ਹੈ, CPU ਨੇ। ਹੁਣ ਜਿਸ ਤਰੀਕੇ ਨਾਲ ਅਸੀਂ ਇੱਥੇ ਕੁਝ ਟੈਕਸਟ ਟਾਈਪ ਕੀਤਾ, ਉਸ ਟੈਕਸਟ ਨੂੰ ਜੇਕਰ ਅਸੀਂ ਪੇਪਰ 'ਤੇ ਛਾਪਣਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਿੰਟਰ ਚਾਹੀਦਾ ਹੈ। ਅਸੀਂ ਜੇ ਮੋਨੀਟਰ 'ਤੇ ਦੇਖਣਾ ਚਾਹੁੰਦੇ ਹਾਂ ਤਾਂ ਮੋਨੀਟਰ ਚਾਹੀਦਾ ਹੈ। ਜੋ ਵੀ ਇਹਨੇ ਪ੍ਰੋਸੈਸਿੰਗ ਕੀਤੀ ਹੈ ਉਹ ਸਾਨੂੰ ਇਹਨਾਂ ਆਉਟਪੁੱਟ ਡਿਵਾਈਸਿਸ 'ਤੇ ਦਿਖਾਏਗਾ। ਇਸੇ ਤਰੀਕੇ ਨਾਲ ਜੇਕਰ ਅਸੀਂ ਕੋਈ ਆਵਾਜ਼ ਰਿਕਾਰਡ ਕੀਤੀ ਸੀ, ਉਸ ਆਵਾਜ਼ ਨੂੰ ਜੇ ਅਸੀਂ ਸੁਣਨਾ ਚਾਹੁੰਦੇ ਹਾਂ ਤਾਂ ਸਾਨੂੰ ਸਪੀਕਰ ਚਾਹੀਦੇ ਹਨ, ਅਤੇ ਉਹ CPU ਜੋ ਉਸ ਦੀ ਆਉਟਪੁੱਟ ਹੈ ਉਹ ਸਾਨੂੰ ਸਪੀਕਰਸ ਦੇ ਉੱਪਰ ਪ੍ਰੋਵਾਈਡ ਕਰੇਗਾ। ਇਸੇ ਤਰੀਕੇ ਨਾਲ ਜੋ ਪਿਕਚਰਸ ਹਨ ਉਹ ਅਸੀਂ ਮੋਨੀਟਰ ਤੇ ਦੇਖਦੇ ਹਾਂ, ਡਰਾਇੰਗ ਕਰਦੇ ਹਾਂ, ਉਸ ਨੂੰ ਜੇਕਰ ਛਾਪਦੇ ਹਾਂ ਤੇ ਉਹ ਪ੍ਰਿੰਟਰ ਤੇ ਦਿਖਾਉਂਦਾ ਹੈ, ਨਹੀਂ ਤੇ ਮੋਨੀਟਰ ਤੇ ਦਿਖਾਉਂਦਾ ਹੈ। ਜਾਂ ਜੋ CPU ਨੇ ਜੋ ਪ੍ਰੋਸੈਸਿੰਗ ਤੋਂ ਬਾਅਦ ਚ ਸਾਨੂੰ ਮੀਨਿੰਗਫੁਲ ਡਾਟਾ ਪ੍ਰਦਾਨ ਕਰਦਾ ਹੈ, ਉਸ ਡਾਟਾ ਨੂੰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਆਉਟਪੁੱਟ ਕਿਹਾ ਜਾਂਦਾ ਹੈ। ਬਲੌਕ ਡਾਇਗਰਾਮ ਆਫ ਕੰਪਿਊਟਰ ਸਿਸਟਮ। ਆਓ ਅਸੀਂ ਇਸ ਕੰਪਿਊਟਰ ਸਿਸਟਮ ਦੇ ਸਾਰੇ ਕੰਮ ਨੂੰ ਸਮਝਣ ਵਾਸਤੇ ਇਸ ਦੀ ਇੱਕ ਬਲੌਕ ਡਾਇਗਰਾਮ ਨੂੰ ਸਮਝਦੇ ਹਾਂ। CPU ਸੈਂਟਰਲ ਪ੍ਰੋਸੈਸਿੰਗ ਯੂਨਿਟ। ਹੁਣ ਇਹ CPU ਜੋ ਹੈ ਇਸ ਦੇ ਅੰਦਰੂਨੀ ਭਾਗਾਂ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਆ ਸਾਡਾ CPU ਹੈ, ਅਸੀਂ ਉਹਦੀ ਕੈਬਨਿਟ ਮੰਨਦੇ ਹਾਂ, ਤੇ ਇਸ CPU ਦੇ ਅੰਦਰ ਇੱਕ ਮੈਮਰੀ ਯੂਨਿਟ ਲੱਗਾ ਹੁੰਦਾ ਹੈ। ਇਸ ਦੇ ਵਿੱਚ ਦੋ ਤਰ੍ਹਾਂ ਦੀਆਂ ਮੈਮਰੀਆਂ ਹੁੰਦੀਆਂ ਹਨ ਜੋ CPU ਦੇ ਅੰਦਰ ਲੱਗੀਆਂ ਹੁੰਦੀਆਂ ਹਨ, ਸੈਕੰਡਰੀ ਮੈਮਰੀ ਅਤੇ ਪ੍ਰਾਇਮਰੀ ਮੈਮਰੀ। ਇਸੇ ਤਰੀਕੇ ਨਾਲ ਹੀ CPU ਦੇ ਅੰਦਰ ਇੱਕ ਹੋਰ ਭਾਗ ਹੁੰਦਾ ਹੈ ਜਿਸ ਨੂੰ ਕੰਟਰੋਲ ਯੂਨਿਟ ਕਿਹਾ ਜਾਂਦਾ ਹੈ, ਤੇ ਕੰਟਰੋਲ ਯੂਨਿਟ ਵੀ ਦੋ ਭਾਗਾਂ 'ਚ ਵੰਡਿਆ ਹੁੰਦਾ ਹੈ, ਅਰਥਮੈਟਿਕ ਲੌਜਿਕ ਯੂਨਿਟ ਅਤੇ ਕੰਟਰੋਲ ਯੂਨਿਟ ਦੇ ਰੂਪ ਦੇ ਵਿੱਚ। ਇਹ ਸਾਰੇ ਭਾਗ CPU ਦੇ ਅੰਦਰ ਹੁੰਦੇ ਹਨ। ਇਸੇ ਤਰੀਕੇ ਨਾਲ ਇਨਪੁਟ ਯੂਨਿਟ CPU ਦੇ ਬਾਹਰ ਹੁੰਦਾ ਹੈ, ਜਿਸ ਵਿੱਚ ਕੀਬੋਰਡ, ਮਾਊਸ, ਮੋਨੀਟਰ, ਇਹ ਸਾਰੇ ਡਿਵਾਈਸਿਸ ਆ ਜਾਂਦੇ ਹਨ। ਇਹ CPU ਦੇ ਬਾਹਰ ਸਾਨੂੰ ਦਿਖਾਈ ਦਿੰਦੇ ਹਨ। ਇਸੇ ਤਰੀਕੇ ਨਾਲ ਆਉਟਪੁੱਟ ਯੂਨਿਟ ਹੁੰਦਾ ਹੈ, ਤੇ ਆਉਟਪੁੱਟ ਯੂਨਿਟ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਆਉਟਪੁੱਟ ਡਿਵਾਈਸਿਸ ਦੇਖੇ ਜਾ ਸਕਦੇ ਹਨ। ਇਹ CPU ਹੈ ਅਤੇ ਇਹ ਇਸ ਦੇ ਬਾਹਰ ਇਨਪੁੱਟ ਡਿਵਾਈਸਿਸ ਅਤੇ ਆਉਟਪੁੱਟ ਡਿਵਾਈਸਿਸ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦੇ ਰਾਹੀਂ ਜੋ ਵੀ ਚੀਜ਼ ਜਾਂ ਜਿਸ ਵੀ ਕਿਸਮ ਦਾ ਡਾਟਾ ਅਸੀਂ ਕੰਪਿਊਟਰ ਵਿੱਚ ਭੇਜਦੇ ਹਾਂ ਉਸ ਨੂੰ ਡਾਟਾ ਕਿਹਾ ਜਾਂਦਾ ਹੈ, ਅਤੇ CPU ਉਸ ਡਾਟਾ ਦੇ ਉੱਪਰ ਪ੍ਰੋਸੈਸਿੰਗ ਕਰਕੇ ਸਾਨੂੰ ਆਉਟਪੁੱਟ ਦੇ ਰੂਪ ਵਿੱਚ ਜੋ ਦਿੰਦਾ ਹੈ ਉਸ ਨੂੰ ਇਨਫੋਰਮੇਸ਼ਨ ਕਿਹਾ ਜਾਂਦਾ ਹੈ। ਡਾਟਾ ਇਨਪੁੱਟ ਸਾਡੇ ਦੁਆਰਾ ਕੀਤਾ ਜਾਏਗਾ, ਪ੍ਰੋਸੈਸਿੰਗ ਦਾ ਕੰਮ ਸਾਰਾ CPU ਦੁਆਰਾ ਕੀਤਾ ਜਾਵੇਗਾ, ਅਤੇ ਪ੍ਰੋਸੈਸਿੰਗ ਤੋਂ ਬਾਅਦ 'ਚ ਸਾਨੂੰ ਆਉਟਪੁੱਟ CPU ਪ੍ਰਦਾਨ ਕਰੇਗਾ। ਹੁਣ ਅਸੀਂ ਇੱਕ ਉਦਾਹਰਨ ਦੇ ਜ਼ਰੀਏ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡਾ ਕੀਬੋਰਡ ਇੱਕ ਇਨਪੁੱਟ ਡਿਵਾਈਸ ਹੈ ਜਿਹਦੇ ਨਾਲ ਅਸੀਂ ਕੋਈ ਵੀ ਡਾਟਾ CPU ਦੇ ਵਿੱਚ ਭੇਜ ਸਕਦੇ ਹਾਂ, ਲਿਖਤੀ ਡਾਟਾ। ਹੁਣ ਮੋਨੀਟਰ ਉਹ ਸਾਡਾ ਇੱਕ ਆਉਟਪੁੱਟ ਡਿਵਾਈਸ ਹੈ, ਤੇ ਜੋ ਵੀ ਇਸਨੇ ਸਾਨੂੰ ਆਉਟਪੁੱਟ ਦੇਣੀ ਹੈ ਉਹ ਮੋਨੀਟਰ 'ਤੇ ਸਭ ਤੋਂ ਪਹਿਲਾਂ ਦਿਖਾਉਂਦਾ ਹੈ। ਹੁਣ ਅਸੀਂ ਮੰਨ ਲਓ ਕੀਬੋਰਡ ਤੋਂ ਇੰਡੀਆ ਟਾਈਪ ਕੀਤਾ, ਜਾਂ ਅਸੀਂ ਕੀਬੋਰਡ ਤੋਂ 3+5 ਅਸੀਂ ਦਾਖਲ ਕੀਤਾ। ਅਸੀਂ ਜਦੋਂ ਕੀਬੋਰਡ ਤੋਂ ਇਹ ਬਟਨ ਪ੍ਰੈਸ ਕੀਤੇ, ਮਤਲਬ ਇਨਪੁੱਟ ਯੂਨਿਟ ਨੇ ਆਪਣਾ ਕੰਮ ਕਰ ਦਿੱਤਾ। ਤੇ ਜਦੋਂ ਇਨਪੁੱਟ ਯੂਨਿਟ ਇਸ ਡਾਟਾ ਨੂੰ ਜੋ ਵੀ ਅਸੀਂ ਭਰਿਆ ਹੈ ਉਹ ਪ੍ਰੋਸੈਸ ਕਰੇਗਾ, ਤੇ ਉਹ ਸਭ ਤੋਂ ਪਹਿਲਾਂ ਕੰਪਿਊਟਰ ਦੀ ਪ੍ਰਾਇਮਰੀ ਮੈਮਰੀ ਵਿੱਚ, ਮਤਲਬ CPU ਦੇ ਵਿੱਚ ਇੱਕ ਪ੍ਰਾਇਮਰੀ ਮੈਮਰੀ ਹੁੰਦੀ ਹੈ, ਉਸ ਪ੍ਰਾਇਮਰੀ ਮੈਮਰੀ ਵਿੱਚ ਜਾ ਕੇ ਉਹ ਡਾਟਾ ਸਟੋਰ ਹੋਵੇਗਾ। ਉਸ ਤੋਂ ਬਾਅਦ ਉਹ ਡਾਟਾ ਪ੍ਰਾਇਮਰੀ ਮੈਮਰੀ ਤੋਂ ਅੱਗੇ ਕੰਟਰੋਲ ਯੂਨਿਟ ਵਿੱਚ ਜਾਵੇਗਾ, ਕਿਉਂਕਿ ਸਾਰਾ ਕੰਮ, ਚਾਹੇ ਉਹ ਇਨਪੁੱਟ, ਚਾਹੇ ਉਹ ਆਉਟਪੁੱਟ, ਚਾਹੇ ਉਹ ਸੈਕੰਡਰੀ ਮੈਮਰੀ, ਚਾਹੇ ਉਹ ਪ੍ਰਾਇਮਰੀ ਮੈਮਰੀ, ਇਹਨਾਂ ਸਾਰਿਆਂ ਨੂੰ ਕੰਟਰੋਲ ਕੌਣ ਕਰ ਰਿਹਾ ਹੈ? ਕੰਟਰੋਲ ਯੂਨਿਟ। ਇਹ CPU ਦਾ ਸਭ ਤੋਂ ਮੇਨ ਭਾਗ ਹੈ। ਇਹ ਸਾਰੇ ਹੀ ਯੰਤਰਾਂ ਨੂੰ, ਚਾਹੇ ਇਨਪੁੱਟ ਡਿਵਾਈਸਿਸ, ਚਾਹੇ ਆਉਟਪੁੱਟ ਡਿਵਾਈਸਿਸ, ਚਾਹੇ ਮੈਮਰੀ, ਅੱਜ ਤੁਸੀਂ ਦੇਖੋਗੇ ਤੇ ਸਾਰੇ ਚੀਜ਼ਾਂ ਨੂੰ ਕੰਟਰੋਲ ਕੌਣ ਕਰ ਰਿਹਾ ਹੈ? ਕੰਟਰੋਲ ਯੂਨਿਟ।
ठीक है जी। तो इसलिए जो भी डाटा सब तो पहला प्राइमरी मैमरी को आएगा उन्होंने कंट्रोल कौन कर रहा है, कंट्रोल यूनिट। कंट्रोल यूनिट ने सारे डिवाइसिस ਨੂੰ कंट्रोल करना ਹੁੰਦਾ है। ਹੁਣ ਇੱਕੋ ਜਿਸ ਤਰ੍ਹਾਂ ਦੀ ਇਨਪੁਟ ਆਈ ਹੈ, ਹੁਣ ਜੇਕਰ ਅਸੀਂ ਇੰਡੀਆ ਟਾਈਪ ਕੀਤਾ ਹੈ ਤੇ ਇੰਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੈਲਕੂਲੇਸ਼ਨ ਵਾਲਾ ਕੰਮ ਨਹੀਂ ਹੈ ਤੇ ਉਹ ਦੁਬਾਰਾ ਫਿਰ ਇਸ ਨੂੰ ਪ੍ਰਾਇਮਰੀ ਮੈਮਰੀ ਕੋਲ ਭੇਜ ਦੇਵੇਗਾ। ਪਰ ਜਿੱਦਾਂ ਕਿ ਇਸ ਜਗ੍ਹਾ ਤੇ ਅਸੀਂ 3+5 ਲਿਖਿਆ, ਮਤਲਬ ਇਹਦੇ ਵਿੱਚ ਕੁਝ ਗਣਿਤਕ ਗਣਨਾਵਾਂ ਜਿਹੜੀਆਂ ਉਹ ਹੋਣੀਆਂ ਹਨ। ਇਸ ਲਈ ਕੰਟਰੋਲ ਯੂਨਿਟ ਉਹ ਗਣਿਤਕ ਗਣਨਾਵਾਂ ਕਰਨ ਵਾਸਤੇ ਇਹਨੂੰ ALU ਮਤਲਬ ਕਿ ਅਰਥਮੈਟਿਕ ਲੌਜਿਕ ਯੂਨਿਟ ਕੋਲ ਭੇਜੇਗਾ। ਹੁਣ ਉਹ ਇਸ ਤਰ੍ਹਾਂ ਇਸ ਜਗ੍ਹਾ ਤੇ ਭੇਜੇਗਾ ਕਿਉਂਕਿ ਇੱਥੇ ਗਣਿਤਕ ਗਣਨਾਵਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਤੇ ਉਸ ਦਾ ਹੱਲ ਕਰਕੇ ਕਿ ਇਹਦਾ 3+5 8 ਜਵਾਬ ਜੋ ਹੈ ਉਹ ALU ਜਿਹੜਾ ਆ ਉਹ ਕੈਲਕੂਲੇਟ ਕਰੇਗਾ ਤੇ ਕੈਲਕੂਲੇਟ ਕਰਨ ਤੋਂ ਬਾਅਦ ਉਹ ਫਿਰ ਕਿਹਦੇ ਕੋਲ ਜਾਏਗਾ, कंट्रोल यूनिट दे कोल, क्योंकि सब कुछ नूं कंट्रोल यूनिट ने ही करना है। चाहे इंडिया असी टाइप किया है वो भी ये को जाएगा। हुण इत्थे इंडिया जो टाइप करांगे तो वो गणितक गणनावां नहीं हैं तो वो इस कोल नहीं भेजेगा, पर जेकर इत्थे गणितक गणनावां होणगियां तो फिर वो ALU को भेजेगा तो फिर उस तो बाद ये डाटा अगे कंट्रोल यूनिट फिर प्राइमरी मैमरी कोल भेज दिंदा है जिथे वो इस नूं सानूं मोनीटर ते डिस्पले करता है। हुण जेकर असी इस जो भी असी कैलकुलेशन कीतियां हन इस नूं सेव कर दिंदे हां तो वो सैकेंडरी मैमरी विच जाके स्टोर किया जा सकता है। जो भी असी प्राइमरी मैमरी तो कोई डाटा सेव करते हाँ, सेव करन तो बाद वो सारा डाटा सैकेंडरी मैमरी में जाके पक्के तौर पर स्टोर कर लैंदा है, क्योंकि ये मैमरी पक्के तौर पर डाटा नूं स्टोर कर सकती है पर प्राइमरी मैमरी जो है वो डाटा नूं पक्के तौर पर स्टोर नहीं कर सकती। ये सिर्फ कंप्यूटर के अंदरूनी कामां नूं तेजी नाल काम करन विच साडी मदद करती है, पर यह डाटा नूं पक्के तौर पर स्टोर नहीं कर सकती। हुण जेकर असीं डाटा नूं पक्के तौर पर स्टोर कर दिता है तो उस तो बाद ये फिर दोबारा प्राइमरी मैमरी कोल आ जाएगा तो प्राइमरी मैमरी तो बाद इसनूं आउटपुट डिवाइसिस के उपर इसकी आउटपुट देखी जाएगी। जिदा कि असीं इधर इंडिया टाइप किया तो सानूं मोनीटर ते इंडिया लिखिया दिखाई देगा। इस तरीके नाल जेकर असीं 3+5 मतलब 8 तो वह 8 जवाब है वो मोनीटर ते डिस्पले करेगा। ये सारी जो मैं तुहानूं प्रोसैसिंग दसी है ये CPU की इंटरनल प्रोसैसिंग है। जदों भी असीं कोई CPU तो कोई काम करवाते हाँ तो वो काम करवाउण दे विच ये सारे प्रोसैस जिहड़े आ वो अपना अपना काम कर रहे हुंदे हैं। कि सब तो पहला असी इनपुट करते हाँ, इनपुट तो बाद वो प्राइमरी मैमरी को जाता है, प्राइमरी मैमरी तो बाद कंट्रोल यूनिट को जाता है, कंट्रोल यूनिट उन्होंने सारे चीज़ों को कंट्रोल करने लई या तो उन्होंने अर्थमैटिक लॉजिक यूनिट को भेजता है या वो सीधा ही मैमरी प्राइमरी मैमरी को भेज दिंदा है तो प्राइमरी मैमरी उसनों आउटपुट से भेज दिंदी है। जेकर असी स्टोर कर लेने हैं मतलब कि सेव कर लेने हाँ तो वो डाटा सैकेंडरी मैमरी में जाके पक्के तौर पर स्टोर हो जाता है। ये सारी एक ब्लॉक डायग्राम ऑफ CPU है जिस दे नाल आपां CPU का इंटरनल काम जिहड़ा है उसनूं चंगी तरह समझ सकते हाँ। मुख्य तौर पर CPU नूं सेंट्रल प्रोसैसिंग यूनिट नूं 3 भागां विच वंडिया जा सकता है, मैमरी यूनिट, कंट्रोल यूनिट, अर्थमैटिक लॉजिक यूनिट। कंप्यूटर सिस्टम के बाहरी भाग। हुण एक कंप्यूटर सिस्टम के विच सब तो पहला जो मेन भाग है वो CPU है, सेंट्रल प्रोसैसिंग यूनिट। इसने ही सारिया गणनावां करनियां हन, इसने ही सारी प्रोसैसिंग करनी है। तो कंप्यूटर सिस्टम का ये वाला भाग इसनूं आपां प्रोसैसर कहांगे, ना तो यह इनपुट यूनिट है ना ही यह आउटपुट यूनिट है। इसका काम प्रोसैसिंग करना है तो बाकी भागों नूं कंट्रोल करना है। तो ये कंप्यूटर सिस्टम का सब तो मेन भाग है। ਇਹਦੇ ਵਿੱਚ ਹੁਣ ਆਪਾਂ ਬਾਹਰੀ ਭਾਗਾਂ ਦੇ ਵਿੱਚ ਗੱਲ ਕਰੀਏ ਤੇ ਇਹਦੇ ਨਾਲ ਇੱਕ ਭਾਗ ਅਟੈਚ ਹੁੰਦਾ ਹੈ ਤਾਰ ਦੇ ਨਾਲ, ਉਸ ਨੂੰ ਕਿਹਾ ਜਾਂਦਾ ਹੈ ਕੀਬੋਰਡ, ਜਿਹਦੇ ਨਾਲ ਆਪਾਂ ਲਿਖਤੀ ਡਾਟਾ CPU ਵਿੱਚ ਭੇਜਦੇ ਹਾਂ। ਫਿਰ ਮਾਊਸ ਇਸ ਦੇ ਨਾਲ ਅਟੈਚ ਹੁੰਦਾ ਹੈ ਜਿਸ ਦੇ ਨਾਲ ਅਸੀਂ ਕੋਈ ਵੀ ਡਰਾਇੰਗ ਜਾਂ ਕਲਿੱਕ ਕਰਨ ਦਾ ਕੰਮ ਕਰ ਸਕਦੇ ਹਾਂ। ਇਸ ਤਰ੍ਹਾਂ ਮਾਈਕ੍ਰੋਫੋਨ ਦੇ ਨਾਲ ਅਸੀਂ ਆਵਾਜ਼ CPU ਦੇ ਵਿੱਚ ਇਨਪੁਟ ਕਰ ਸਕਦੇ ਹਾਂ, ਆਪਣੀ ਆਵਾਜ਼ ਨੂੰ ਰਿਕਾਰਡ ਕਰ ਸਕਦੇ ਹਾਂ। बारकोड रीडर, ये लेज़र के नाल बारकोड्स नूं रीड करने वास्ते CPU के नाल अटैच किया जा सकता है। ਸਕੈਨਰ, ये एक फोटो कॉपी मशीन की तरह हुंदा है जिस दी वरतों करके असी CPU दे विच पिक्चर्स नूं जां डाटा नूं ਸਕੈਨ करके स्टोर कर सकते हाँ। वैब कैमरा, ये भी एक इनपुट डिवाइस है जिहदे नाल असीं CPU दे विच तस्वीरां जां वीडियो नूं रिकॉर्ड कर सकते हाँ। जॉयस्टिक, इस दी वरतों नाल असीं CPU दे उपर गेम्स
ਖੇਡ ਸਕਦੇ ਹਾਂ। ਟੱਚ ਟੈਬਲੇਟ, ਇਹ ਵੀ ਮਾਊਸ ਦੀ ਤਰ੍ਹਾਂ ਕੰਮ ਕਰਨ ਵਾਸਤੇ ਵਰਤਿਆ ਜਾਣ ਵਾਲਾ ਇੱਕ ਯੰਤਰ ਹੈ, ਜਿਸ ਨੂੰ ਮਾਊਸ ਨੂੰ ਪਕੜਨਾ ਜੋ ਹੈ ਉਹ ਥੋੜਾ ਮੁਸ਼ਕਲ ਹੈ, ਪਰ ਅਸੀਂ ਟੱਚ ਟੈਬਲੇਟ ਦੇ ਨਾਲ ਇੱਕ ਪੈਨ ਦੀ ਵਰਤੋਂ ਕਰਕੇ ਸਾਰੇ ਮਾਊਸ ਦੇ ਕੰਮ ਜਿਹੜੇ ਬਹੁਤ ਆਸਾਨੀ ਦੇ ਨਾਲ ਕਰ ਸਕਦੇ ਹਾਂ। ਇਹ ਸਾਰੇ ਡਿਵਾਈਸਿਸ CPU ਦੇ ਨਾਲ ਅਟੈਚ ਹੁੰਦੇ ਹਨ ਤੇ ਇਹਨਾਂ ਸਾਰਿਆਂ ਦੇ ਜ਼ਰੀਏ ਅਸੀਂ CPU ਦੇ ਵਿੱਚ ਡਾਟਾ ਭੇਜਦੇ ਹਾਂ ਤੇ ਭੇਜਣ ਦੀ ਪ੍ਰਕਿਰਿਆ ਨੂੰ ਇਨਪੁਟ ਕਿਹਾ ਜਾਂਦਾ ਹੈ। ਹੁਣ ਇਸ ਕੋਲ ਜੋ ਵੀ ਅਸੀਂ ਡਾਟਾ ਇਨਪੁਟ ਕੀਤਾ ਹੈ ਉਸ ਇਨਪੁਟ ਨੂੰ CPU ਨੇ ਪ੍ਰੋਸੈਸਿੰਗ ਕਰਨੀ ਹੈ ਤੇ ਪ੍ਰੋਸੈਸਿੰਗ ਤੋਂ ਬਾਅਦ ਸਾਨੂੰ ਆਉਟਪੁੱਟ ਦੇਣੀ ਹੈ ਤੇ ਆਉਟਪੁੱਟ ਦੇਣ ਵਾਸਤੇ ਸਭ ਤੋਂ ਪਹਿਲਾਂ ਜੋ ਸਾਡਾ ਆਉਟਪੁੱਟ ਡਿਵਾਈਸ ਹੈ ਉਹ ਮੋਨੀਟਰ, ਜੋ ਵੀ ਕੰਮ CPU ਕਰਦਾ ਹੈ ਉਹ ਸਭ ਤੋਂ ਪਹਿਲਾਂ ਸਾਨੂੰ ਮੋਨੀਟਰ ਤੇ ਡਿਸਪਲੇ ਕਰਦਾ ਹੈ ਤੇ ਮੋਨੀਟਰ ਜੋ ਹੈ ਉਹਨੂੰ ਵਿਜ਼ੂਅਲ ਫਾਰਮ ਦੇ ਵਿੱਚ ਆਉਟਪੁੱਟ ਦਿੰਦਾ ਹੈ। ਪ੍ਰਿੰਟਰ, ਜੋ ਵੀ ਅਸੀਂ CPU ਦੇ ਵਿੱਚ ਕੰਮ ਕੀਤਾ, ਜੇਕਰ ਉਸ ਪ੍ਰੋਸੈਸਿੰਗ ਨੂੰ ਅਸੀਂ ਪੇਪਰ ਉੱਪਰ ਛਾਪਣਾ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਸਾਨੂੰ ਪ੍ਰਿੰਟਰ ਚਾਹੀਦਾ ਹੈ। ਸਪੀਕਰ, ਅਸੀਂ ਆਵਾਜ਼ ਸੁਣਨ ਵਾਸਤੇ, ਜੋ ਵੀ ਅਸੀਂ ਆਵਾਜ਼ ਇਸ ਵਿੱਚ ਰਿਕਾਰਡ ਕੀਤੀ ਹੈ ਉਸ ਆਵਾਜ਼ ਨੂੰ ਸੁਣਨ ਵਾਸਤੇ ਸਪੀਕਰ ਦੀ ਵਰਤੋਂ ਕਰਦੇ ਹਾਂ। ਹੈਡਫੋਨਸ, ਇਹ ਵੀ ਸਪੀਕਰ ਦੀ ਤਰ੍ਹਾਂ ਹੀ ਵਰਤੇ ਜਾਂਦੇ ਹਨ, ਪਰ ਆਵਾਜ਼ ਸਾਨੂੰ ਬਾਹਰ ਨਹੀਂ ਸੁਣਾਈ ਦਿੰਦੀ, ਸਿਰਫ ਕੰਨਾਂ ਤੱਕ ਹੀ ਸੀਮਿਤ ਰਹਿੰਦੀ ਹੈ। ਪ੍ਰੋਜੈਕਟਰ, ਜੇਕਰ ਅਸੀਂ ਆਉਟਪੁੱਟ ਨੂੰ ਇੱਕ ਵੱਡੇ ਡਿਸਪਲੇ ਤੇ ਦੇਖਣਾ ਚਾਹੁੰਦੇ ਹਾਂ ਤੇ ਪ੍ਰੋਜੈਕਟਰ ਉਸ ਦੀ ਵਰਤੋਂ ਨਾਲ ਸਾਨੂੰ ਵੱਡੀ ਸਕਰੀਨ ਦੇ ਉੱਪਰ ਸਾਡੀ ਆਉਟਪੁੱਟ ਪ੍ਰੋਵਾਈਡ ਕਰ ਸਕਦਾ ਹੈ। ਪਲੋਟਰ ਇੱਕ ਆਉਟਪੁੱਟ ਡਿਵਾਈਸ ਹੈ ਜੋ ਪ੍ਰਿੰਟਰ ਦੀ ਤਰ੍ਹਾਂ ਹੀ ਹੈ। ਇਹ ਬਹੁਤ ਹੀ ਐਕੂਰੇਟ ਤਰੀਕੇ ਦੇ ਨਾਲ ਵੱਡੀਆਂ ਪ੍ਰਿੰਟ ਆਊਟ ਕੱਢਣ ਵਾਸਤੇ ਸਾਡੀ ਮਦਦ ਕਰਦਾ ਹੈ। ਇਹ ਸਾਰੇ ਡਿਵਾਈਸਿਸ ਆਉਟਪੁੱਟ ਡਿਵਾਈਸਿਸ ਦੀ ਕੈਟਾਗਰੀ ਵਿੱਚ ਆਉਂਦੇ ਹਨ। CPU ਨੇ ਜੋ ਵੀ ਸਾਨੂੰ ਪ੍ਰੋਸੈਸਿੰਗ ਕਰਕੇ ਡਾਟਾ ਪ੍ਰਦਾਨ ਕਰੇਗਾ ਉਹ ਡਾਟਾ ਸਾਨੂੰ ਆਉਟਪੁੱਟ ਡਿਵਾਈਸਿਸ ਦੇ ਉੱਪਰ ਦੇਖਣ ਨੂੰ ਮਿਲੇਗਾ ਅਤੇ ਇਹ ਸਾਰੇ ਡਿਵਾਈਸਿਸ ਮਿਲ ਕੇ ਹੀ ਕੰਪਿਊਟਰ ਸਿਸਟਮ ਬਣਦਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਮੇਨ CPU ਹੈ, ਬਾਕੀ ਭਾਗ ਲੋੜ ਅਨੁਸਾਰ ਅਸੀਂ ਆਪਣੇ ਕੰਪਿਊਟਰ ਸਿਸਟਮ ਦੇ ਨਾਲ ਅਟੈਚ ਕਰ ਸਕਦੇ ਹਾਂ। ਇਹ ਸਾਰੇ ਜੋ ਡਿਵਾਈਸਿਸ ਮੈਂ ਤੁਹਾਨੂੰ ਦਿਖਾਏ ਹੈ ਇਹ ਅਸੀਂ ਬਾਹਰੀ ਤੌਰ ਤੇ ਕੰਪਿਊਟਰ ਸਿਸਟਮ ਦੇ ਨਾਲ ਦੇਖ ਸਕਦੇ ਹਾਂ ਕਿ ਕੁਝ ਭਾਗ ਤੁਸੀਂ ਦੇਖੋਗੇ ਕਿ ਕਿਸੇ ਕੰਪਿਊਟਰ ਸਿਸਟਮ ਦੇ ਨਾਲ ਹੋਣਗੇ ਤੇ ਕੁਝ ਨਹੀਂ ਵੀ ਹੋਣਗੇ। ਇਹ ਸਾਰੇ ਹੀ ਇੱਕ ਕੰਪਿਊਟਰ ਸਿਸਟਮ ਦਾ ਹੀ ਭਾਗ ਹਨ। CPU ਦੇ ਅੰਦਰਲੇ ਭਾਗ, ਹੁਣ ਜੇਕਰ ਅਸੀਂ CPU ਦੇ ਅੰਦਰਲੇ ਭਾਗਾਂ ਦੀ ਗੱਲ ਕਰੀਏ ਤੇ CPU ਦੇ ਅੰਦਰ ਇੱਕ ਸਭ ਤੋਂ ਮੇਨ ਪਾਰਟ ਹੈ ਮਦਰਬੋਰਡ, ਜਿਹਦੇ ਵਿੱਚ ਸਾਰੇ ਡਿਵਾਈਸਿਸ ਅਟੈਚ ਹੁੰਦੇ ਹਨ। ਇਹ ਮਦਰਬੋਰਡ ਦਾ ਇੱਕ ਸਕਰੀਨਸ਼ਾਟ ਤੁਸੀਂ ਦੇਖ ਰਹੇ ਹੋ। ਹੁਣ ਇਹਦੇ ਵਿੱਚ ਇਸ ਜਗ੍ਹਾ ਦੇ ਉੱਪਰ ਆਹ ਵਾਲਾ ਇੱਕ ਪ੍ਰੋਸੈਸਰ ਜੋ ਹੈ ਉਸ ਨੂੰ ਅਟੈਚ ਕੀਤਾ ਜਾਂਦਾ ਹੈ, ਜਿਸ ਨੂੰ ਆਪਾਂ ਮੇਨ ਪਾਰਟ ਆਫ ਕੰਪਿਊਟਰ ਕਹਿੰਦੇ ਆ। ਸਾਰੀ ਪ੍ਰੋਸੈਸਿੰਗ ਜੋ ਹੈ ਉਹ ਇਹ CPU ਦੇ ਦੁਆਰਾ ਹੈਂਡਲ ਕੀਤੀ ਜਾਂਦੀ ਹੈ। ਇਸ ਨੂੰ ਪ੍ਰੋਸੈਸਰ ਕਿਹਾ ਜਾਂਦਾ ਹੈ ਤੇ ਇਸ ਜਗ੍ਹਾ ਤੇ ਅਟੈਚ ਹੁੰਦਾ ਹੈ। CPU ਫੈਨ, ਇਸ CPU ਨੂੰ ਹੀਟ ਹੋਣ ਤੋਂ, ਕਿਉਂਕਿ ਇਹ ਬਹੁਤ ਜ਼ਿਆਦਾ ਹੀਟ ਛੱਡਦਾ ਹੈ, ਉਸ ਹੀਟ ਤੋਂ ਬਚਾਉਣ ਲਈ ਇਸ ਦੇ ਉੱਪਰ ਇੱਕ ਫੈਨ ਅਪਲਾਈ ਕੀਤਾ ਜਾਂਦਾ ਹੈ ਤਾਂ ਕਿ ਇਹ ਠੰਡਾ ਰਹੇ। ਰੈਮ, ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਸੀ ਕਿ ਕੰਪਿਊਟਰ ਸਿਸਟਮ ਦੇ ਵਿੱਚ ਪ੍ਰਾਇਮਰੀ ਮੈਮਰੀ ਹੁੰਦੀ ਹੈ ਤੇ ਰੈਮ ਪ੍ਰਾਇਮਰੀ ਮੈਮਰੀ ਦੀ ਹੀ ਇੱਕ ਉਦਾਹਰਣ ਹੈ। ਇਸ ਰੈਮ ਨੂੰ ਅਸੀਂ ਆਪਣੀਆਂ ਸਲੋਟਸ ਦੇ ਉੱਪਰ ਅਟੈਚ ਕਰਦੇ ਹਾਂ ਤੇ ਸਾਰੀ ਕੰਪਿਊਟਰ ਦੀ ਇੰਟਰਨਲ ਮੈਮਰੀ ਦਾ ਵਰਕ ਜੋ ਹੈ ਉਹ ਇਸ ਰੈਮ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਰੋਮ ਚਿਪ, ਪ੍ਰਾਇਮਰੀ ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ, ਰੈਮ ਅਤੇ ਰੋਮ। ਇਸੇ ਤਰੀਕੇ ਨਾਲ ਮਦਰਬੋਰਡ ਦੇ ਉੱਪਰ ਇਸ ਤਰੀਕੇ ਦੀਆਂ ਚਿਪਸ ਲੱਗੀਆਂ ਹੁੰਦੀਆਂ ਆ ਜਿਨ੍ਹਾਂ ਵਿੱਚ ਪਹਿਲਾਂ ਤੋਂ ਸਟੋਰਡ ਪ੍ਰੋਗਰਾਮ ਹੁੰਦੇ ਹਨ, ਉਹਨਾਂ ਨੂੰ ਰੋਮ ਚਿਪ ਕਿਹਾ ਜਾਂਦਾ ਹੈ। ਹਾਰਡ ਡਿਸਕ, ਇਹ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਨ ਵਾਸਤੇ, ਜਿੱਦਾਂ ਕਿ ਅਸੀਂ ਪਹਿਲਾਂ ਹੀ ਪੜ੍ਹ ਕੇ ਆਏ ਹਾਂ, ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ। ਹੁਣ ਪ੍ਰਾਇਮਰੀ ਮੈਮਰੀ ਦੇ ਵਿੱਚ ਇਹ ਦੋਵੇਂ ਮੈਮਰੀਆਂ ਆ ਜਾਂਦੀਆਂ ਹਨ ਤੇ ਸੈਕੰਡਰੀ ਮੈਮਰੀ ਵਿੱਚ ਹਾਰਡ ਡਿਸਕ ਆ ਜਾਂਦੀ ਹੈ। ਇਹ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਨ ਦਾ ਕੰਮ ਕਰਦੀ ਹੈ। ਇਸ ਨੂੰ ਇੱਕ ਵਾਇਰ ਦੇ ਨਾਲ ਇਸ ਜਗ੍ਹਾ ਤੇ ਅਟੈਚ ਕੀਤਾ ਜਾਂਦਾ ਹੈ। ਅਸੀਂ ਇਹਦੀ ਇੱਕ ਤਾਰ ਜੋ ਹੈ ਮਦਰਬੋਰਡ ਤੇ ਲਗਾ ਦਿੰਦੇ ਹਾਂ ਤੇ ਦੂਸਰੀ ਤਾਰ ਹਾਰਡ ਡਿਸਕ ਦੇ ਉੱਪਰ ਲਗਾਈ ਜਾ ਸਕਦੀ ਹੈ। ਇਹਨਾਂ ਸਾਰੇ ਡਿਵਾਈਸਿਸ ਨੂੰ ਬਿਜਲੀ ਪ੍ਰਦਾਨ ਕਰਨ ਵਾਸਤੇ ਇੱਕ ਪਾਵਰ ਸਪਲਾਈ ਵੀ ਹੁੰਦੀ ਹੈ, ਜਿਸ ਦੇ ਵਿੱਚ ਜੋ ਇਹਨਾਂ ਸਾਰੇ ਡਿਵਾਈਸਿਸ ਨੂੰ ਆਪਣੀ ਬਿਜਲੀ ਦੀ ਤਾਕਤ ਪ੍ਰਦਾਨ ਕਰਦੀ ਹੈ। ਮੋਡਮ, ਸਾਊਂਡ ਕਾਰਡ, ਇਹ ਡਿਵਾਈਸਿਸ ਜੋ ਹੈ ਇਹ ਐਕਸਟਰਾ ਸਾਊਂਡ ਵਾਸਤੇ ਜਾਂ ਇੰਟਰਨੈਟ ਵਾਸਤੇ ਕੰਪਿਊਟਰ ਸਿਸਟਮ ਵਿੱਚ ਅਟੈਚ ਕੀਤੇ ਜਾ ਸਕਦੇ ਹਨ। ਇਹ ਤੁਹਾਨੂੰ ਮੈਂ CPU ਦੇ ਅੰਦਰਲੇ ਭਾਗਾਂ ਦੇ ਬਾਰੇ ਦੱਸਿਆ ਹੈ। CPU ਨੂੰ ਖੋਲ ਕੇ ਦੇਖਾਂਗੇ ਤੇ ਤੁਹਾਨੂੰ ਇਹ ਸਾਰੇ ਡਿਵਾਈਸਿਸ ਜੋ ਹੈ ਉਹ CPU ਦੇ ਅੰਦਰ ਲੱਗੇ ਦਿਖਾਈ ਦੇਣਗੇ। ਮਦਰਬੋਰਡ ਲੱਗਾ ਹੋਏਗਾ, ਉਸ ਮਦਰਬੋਰਡ ਦੇ ਵਿੱਚ ਪ੍ਰੋਸੈਸਰ ਲੱਗਾ ਹੋਏਗਾ, ਉਸ ਪ੍ਰੋਸੈਸਰ ਦੇ ਉੱਪਰ ਇੱਕ ਫੈਨ ਲੱਗਾ ਹੋਏਗਾ,
ਫਿਰ ਇੱਕ ਪਾਵਰ ਸਪਲਾਈ ਲੱਗੀ ਹੋਏਗੀ ਜਿਹਦੇ ਨਾਲ ਇਹਨੂੰ ਪਾਵਰ ਦਿੱਤੀ ਜਾਏਗੀ। ਰੈਮ ਲੱਗੀਆਂ ਹੋ ਸਕਦੀਆਂ ਹਨ, ਰੋਮ ਚਿਪ ਲੱਗੀਆਂ ਹੁੰਦੀਆਂ ਹਨ, ਹਾਰਡ ਡਿਸਕ ਅਟੈਚ ਕੀਤੀ ਹੁੰਦੀ ਹੈ, ਅਤੇ ਇੱਦਾਂ ਦੇ ਅਲੱਗ-ਅਲੱਗ ਕਾਰਡ ਜੋ ਹੈ ਉਹ CPU ਦੇ ਵਿੱਚ ਲੱਗੇ ਹੋ ਸਕਦੇ ਹਨ।